राम राम जी साਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਵੀਡੀਓ ਦੇ ਵਿੱਚ ਚੈਨਲ ਏਮ ਐਂਡ ਅਚੀਵ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ETT 5994 ਦੀ ਪੋਸਟਾਂ ਦੀ ਤਿਆਰੀ ਕਰ ਰਹੇ ਹਾਂ, ਸਪੈਸ਼ਲੀ ਸਾਇੰਸ ਦੀ। ਤੇ ਉਹਦੇ ਨਾਲ ਰਿਗਾਰਡਿੰਗ ਜੋ ਚੈਪਟਰ ਹੈ ਸਾਡਾ ਕੰਪਲੀਟ ਹੋ ਗਿਆ ਸੀ, ਸੋਰਸ ਆਫ એનર્ਜੀ, ਜਿਹਦੇ ਵਿੱਚ ਆਪਾਂ ਇੱਕ ਪਾਰਟ MCQs ਦਾ ਵੀ ਕਰ ਲਿਆ ਸੀ। ਤਾਂ ਉਹਦਾ ਹੀ ਆਪਾਂ ਸੈਕੰਡ ਪਾਰਟ ਲੈ ਕੇ ਤੁਹਾਡੇ ਕੋਲ ਆਏ ਆ, ਜੋ ਕਿ ਅਸੀਂ ਡਿਟੇਲ ਦੇ ਵਿੱਚ ਵੀ ਕਰ ਚੁੱਕੇ ਹਾਂ। ਵੈਸੇ अगर तुसी चैनल ਨੂੰ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤੇ ਸਬਸਕ੍ਰਾਈਬ ਕਰ ਸਕਦੇ ਹੋ। ਚੈਨਲ ਤੇ ETT 5994 ਰਿਗਾਰਡਿੰਗ ਸਾਇੰਸ ਦੀਆਂ ਵੀਡੀਓਜ਼ ਪਈਆਂ ਹੋਈਆਂ, ਉਸ ਤੋਂ ਇਲਾਵਾ ਬੇਸਿਕ ਪੰਜਾਬੀ ਗ੍ਰਾਮਰ ਤੇ ਨਾਲ ਹਿੰਦੀ ਦੀਆਂ ਵੀਡੀਓਜ਼ ਵੀ ਪਈਆਂ ਹੋਈਆਂ, ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ, ਜੋ ਕਿ ਸੋਰਸ ਆਫ એનર્ਜੀ ਯਾਨੀ ਕਿ ਊਰਜਾ ਦੇ ਸੋਮੇ ਆ। ਉਹਦੇ MCQs ਦੇ ਪਾਰਟ ਸੈਕੰਡ ਆ, ਫਸਟ ਪਾਰਟ ਹੋ ਗਿਆ ਸੀ। ਉਸ ਤੋਂ ਇਲਾਵਾ ਅਸੀਂ ਡਿਟੇਲ ਦੇ ਵਿੱਚ ਵੀ ਲੈਕਚਰ ਨੂੰ ਕੰਪਲੀਟ ਕਰ ਚੁੱਕੇ ਹਾਂ ਦੋ ਭਾਗਾਂ ਦੇ ਵਿੱਚ। ਸੋ ਫਸਟ ਕੁਐਸਚਨ ਹੈ ਜੀ, ਜੋ ਰਿਐਕਸ਼ਨ ਸੂਰਜ ਦੇ ਅੰਦਰ ਹੁੰਦੀਆਂ ਆ ਜਿਹਦੇ ਕਰਕੇ ਉਹ એનર્ਜੀ ਪ੍ਰੋਡਿਊਸ ਕਰਦਾ ਹੈ, ਆਪਾਂ ਕਰ ਚੁੱਕੇ ਹਾਂ। ਉਹ ਕਿਹੜੀਆਂ ਰਿਐਕਸ਼ਨਸ ਹੁੰਦੀਆਂ? ਉਹ ਹੁੰਦੀਆਂ ਜੀ ਫਿਊਜ਼ਨ ਰਿਐਕਸ਼ਨ। ਫਿਊਜ਼ਨ ਦਾ ਮਤਲਬ ਹੁੰਦਾ ਜੋ ਕਿ ਦੋ ਜਾਂ ਦੋ ਤੋਂ ਜ਼ਿਆਦਾ ਛੋਟੀਆਂ ਚੀਜ਼ਾਂ ਮਿਲ ਕੇ ਇੱਕ ਵੱਡੀ ਚੀਜ਼ ਬਣਦੀ ਆ, ਉਹਨੂੰ ਅਸੀਂ ਫਿਊਜ਼ਨ ਕਹਿੰਦੇ ਆ। ਤਾਂ ਸੂਰਜ ਦੇ ਵਿੱਚ ਫਿਊਜ਼ਨ ਰਿਐਕਸ਼ਨ ਹੁੰਦੀ ਹੈ। ਠੀਕ ਹੈ ਜੀ। ਸੈਕੰਡ ਕੁਐਸਚਨ ਫਿਜ਼ਨ। ਫਿਜ਼ਨ ਦਾ ਮਤਲਬ ਹੁੰਦਾ ਟੁੱਟਣਾ। ਟੁੱਟਦਾ ਕੀ ਆ? ਇੱਕ ਹੈਵੀ ਨਿਊਕਲੀਅਸ ਯਾਨੀ ਕਿ ਭਾਰਾ ਨਿਊਕਲੀਅਸ ਟੁੱਟਦਾ ਆ ਛੋਟੇ ਛੋਟੇ ਨਿਊਕਲੀਅਸ ਦੇ ਵਿੱਚ, ਯਾਨੀ ਕਿ ਦੋ ਜਾਂ ਦੋ ਤੋਂ ਜ਼ਿਆਦਾ ਭਾਗਾਂ ਦੇ ਵਿੱਚ, ਦੋ ਜਾਂ ਦੋ ਤੋਂ ਜ਼ਿਆਦਾ ਛੋਟੇ ਭਾਗਾਂ ਦੇ ਵਿੱਚ ਇੱਕ ਵੱਡਾ ਨਿਊਕਲੀਅਸ ਟੁੱਟ ਜਾਂਦਾ, ਉਹਨੂੰ ਅਸੀਂ ਕਹਿੰਦੇ ਆ ਨਿਊਕਲੀਅਰ ਫਿਜ਼ਨ। ਇਹ ਅਸੀਂ ਕਰ ਚੁੱਕੇ ਹਾਂ। ਨੈਕਸਟ ਕੁਐਸਚਨ, ਮੇਜਰ ਪ੍ਰੋਬਲਮ ਇਨ ਹਾਰਨੈਸਿੰਗ ਨਿਊਕਲੀਅਰ એનર્ਜੀ। ਨਿਊਕਲੀਅਰ એનર્ਜੀ ਨੂੰ ਯੂਜ਼ ਕਰਨ ਲਈ, ਇਕੱਠਾ ਕਰਨ ਲਈ ਜਾਂ ਉਹਨੂੰ ਵਰਤਣ ਲਈ ਜੋ ਮੇਜਰ ਪ੍ਰੋਬਲਮ ਕੀ ਆ ਕਿ ਜੋ ਨਿਊਕਲੀਅਰ ਵੇਸਟ ਆ ਇਹਨੂੰ ਡਿਸਪੋਜ਼ ਆਫ ਕਰਨਾ, ਵੀ ਇਹਨੂੰ ਸਿੱਟਣਾ ਕਿੱਥੇ ਆ। ਆਪਾਂ ਡਿਟੇਲ ਦੇ ਵਿੱਚ ਸਭ ਕੁਝ ਕਰ ਚੁੱਕੇ ਆ ਵੀ ਇਹਨੂੰ ਸਿੱਟਣਾ ਕਿੱਥੇ ਆ, ਇਹਨੂੰ ਡਿਸਪੋਜ਼ ਕਿੱਥੇ ਕਰੀਏ, ਕਿਉਂਕਿ ਇਹਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਰਹਿੰਦੀਆਂ ਜੋ ਕਿ ਸਾਡੇ ਲਈ ਖਤਰਨਾਕ ਹੋ ਸਕਦੀਆਂ, ਸਾਡੇ ਲਈ ਤੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਵੀ। ਅਗਲਾ ਕੁਐਸਚਨ ਕਿ ਨਿਊਕਲੀਅਰ ਰਿਐਕਟਰ ਦੇ ਵਿੱਚ ਕਿਹੜੀ ਚੀਜ਼ ਮੋਡਰੇਟਰ ਦਾ ਕੰਮ ਕਰਦੀ ਆ? ਮੋਡਰੇਟਰ ਮੀਨਸ ਕਿਸੇ ਰਿਐਕਸ਼ਨ ਨੂੰ ਸਲੋ ਕਰਨਾ। ਠੀਕ ਹੈ, ਇਹਦੇ ਵਿੱਚ ਹੁੰਦਾ ਜੀ ਗ੍ਰੇਫਾਈਟ ਰੋਡਸ ਹੁੰਦੀਆਂ, ਤੁਹਾਨੂੰ ਦੱਸਿਆ ਸੀ ਗ੍ਰੇਫਾਈਟ ਇੱਕ ਤਰ੍ਹਾਂ ਦਾ ਕਾਰਬਨ ਹੀ ਹੁੰਦਾ ਆ। ਤੇ ਅਗਲੀ ਗੱਲ ਇੱਕ ਇਹ ਵੀ ਦੱਸਿਆ ਸੀ ਕਿ ਅਗਰ ਗ੍ਰੇਫਾਈਟ ਤੋਂ ਇਲਾਵਾ ਹੋਰ ਕੀ ਹੁੰਦਾ? ਹੈਵੀ ਵਾਟਰ ਹੁੰਦਾ। ਹੈਵੀ ਵਾਟਰ ਕੀ ਹੁੰਦਾ ਆ ਜੀ? ਜਿਹਦੇ ਵਿੱਚ ਇੱਕ ਆਈਸੋਟੋਪ ਯੂਜ਼ ਹੁੰਦਾ ਆ। ਠੀਕ ਹੈ, ਆਈਸੋਟੋਪ ਯੂਜ਼ ਹੁੰਦਾ ਹਾਈਡਰੋਜਨ ਦਾ, ਜਿਹਦਾ ਨਾਮ ਹੁੰਦਾ ਡਿਊਟੀਰੀਅਮ, ਜਿਹਨੂੰ ਇਦਾਂ ਵੀ ਲਿਖਦੇ ਆ H12, ਯਾਨੀ ਉਹਦਾ ਮਾਸ ਨੰਬਰ 2 ਹੁੰਦਾ ਆ। ਤੇ ਹੈਵੀ ਵਾਟਰ ਦਾ ਫਾਰਮੂਲਾ ਹੁੰਦਾ D2O, ਯਾਨੀ ਕਿ D2O ਵੀ ਮੋਡਰੇਟਰ ਦਾ ਕੰਮ ਕਰ ਸਕਦਾ ਆ। ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ। ਚਲਦੇ ਆ ਜੀ ਨੈਕਸਟ ਕੁਐਸਚਨ ਵੱਲ। ਐਸਿਡ ਰੇਨ ਹੁੰਦੀ ਆ। ਐਸਿਡ ਰੇਨ ਕਿਉਂ ਹੁੰਦੀ ਆ ਇਹ ਆਪਾਂ ਪੜ ਚੁੱਕੇ ਆ, ਕਿਉਂਕਿ ਜਦੋਂ ਵੀ ਅਸੀਂ ਫੋਸਿਲ ਫਿਊਲ ਪਥਰਾਟ ਬਾਲਣ ਬਾਲਦੇ ਆ ਤਾਂ ਉਹਦੇ ਵਿੱਚੋਂ ਕੀ ਨਿਕਲਦੇ ਆ? ਆਕਸਾਈਡ ਆਫ ਕਾਰਬਨ, ਜਿੱਦਾਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ ਜਿੱਦਾਂ ਕਿ NO2, NO3, ਜਿਹਦੇ ਨਾਲ ਤੁਹਾਨੂੰ ਦੱਸਿਆ ਸੀ ਕਿ ਨਾਈਟ੍ਰਿਕ ਐਸਿਡ ਬਣਦਾ, ਜਾਂ ਸਲਫਰ ਦੇ ਆਕਸਾਈਡ SO2 ਜਾਂ SO3 ਬਣਦੇ ਆ, ਜਿਹਦੇ ਨਾਲ ਸਲਫਿਊਰਿਕ ਐਸਿਡ ਬਣਦਾ, ਜਿਹਦੇ ਕਰਕੇ ਕੀ ਹੁੰਦਾ ਆ? ਐਸਿਡ ਰੇਨ ਹੁੰਦੀ, ਯਾਨੀ ਕਿ ਮੀਂਹ ਦੇ ਪਾਣੀ ਦੇ ਵਿੱਚ ਐਸਿਡ ਜੋ ਹੈ ਉਹ ਇਕੱਠਾ ਹੋ ਜਾਂਦਾ ਆ, ਜਾਂ ਪਹਿਲੀ ਵਰਖਾ ਜੋ ਹੁੰਦੀ ਉਹ ਚ ਕਾਫੀ ਜ਼ਿਆਦਾ ਜੋ ਮੌਨਸੂਨ ਦੀ ਹੁੰਦੀ ਉਹ ਚ ਐਸਿਡ ਆ ਜਾਂਦਾ ਆ। ਸੋ ਜੋ ਫਿਊਲ ਥਰਮਲ ਪਾਵਰ ਪਲਾਂਟ ਦੇ ਵਿੱਚ ਯੂਜ਼ ਹੁੰਦਾ ਆ, ਥਰਮਲ ਪਾਵਰ ਪਲਾਂਟ ਦੇ ਵਿੱਚ ਜੋ ਯੂਜ਼ ਹੁੰਦੇ ਪਥਰਾਟ ਬਾਲਣ, ਯਾਨੀ ਕਿ ਫੋਸਿਲ ਫਿਊਲ। ਮੇਨਲੀ ਯੂਜ਼ ਹੁੰਦਾ ਕੋਲਾ, ਕੋਲ ਮੇਨ ਹੁੰਦਾ ਕੋਲ। ਕਹਿੰਦੇ ਅਲਟੀਮੇਟ ਸੋਰਸ ਆਫ એનર્ਜੀ। ਲੈਕਚਰ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਪਹਿਲਾ ਲੈਕਚਰ ਡਿਟੇਲ ਵਾਲਾ ਕਰਵਾਇਆ ਸੀ, ਤਾਂ ਜੋ ਅਲਟੀਮੇਟ ਸੋਰਸ ਆਫ એનર્ਜੀ ਹੁੰਦਾ, ਮਤਲਬ એનર્ਜੀ ਦਾ ਜੋ ਮੁੱਖ ਸਰੋਤ ਆ, ਜਿਸ ਤੋਂ ਬਿਨਾ એનર્ਜੀ ਕਿਸੇ ਨੂੰ ਵੀ ਨਹੀਂ ਮਿਲ ਸਕਦੀ, ਪਲਾਂਟਸ ਨੂੰ ਵੀ ਨਹੀਂ ਮਿਲ ਸਕਦੀ, ਉਹ ਹੈ ਜੀ ਸਨ, ਯਾਨੀ ਕਿ ਸੂਰਜ। ਚੱਲਦੇ ਆ ਜੀ ਨੈਕਸਟ ਵੱਲ। most of the sources of energy we use represent stored solar energy, ਯਾਨੀ ਕਿ ਜੋ ਵੀ ਅਸੀਂ એનર્ਜੀ ਯੂਜ਼ ਕਰਦੇ ਆ ਉਹਦੇ ਵਿੱਚ ਸੋਲਰ એનર્ਜੀ ਟ੍ਰੈਪ ਹੁੰਦੀ ਆ, ਸੋਲਰ એનર્ਜੀ ਵਿੱਚ ਉਹਦੇ ਵਿੱਚ ਬੰਨ ਕੇ ਰੱਖੀ ਹੁੰਦੀ ਆ। ਕਹਿੰਦੇ ਇਹਨਾਂ ਵਿੱਚੋਂ which of the following is not ultimately derived from the sun's energy। ਕਹਿੰਦੇ ਕਿ ਇਹਨਾਂ ਵਿੱਚੋਂ ਕਿਹੜੀ ਇਦਾਂ ਦੀ ਚੀਜ਼ ਆ ਜੋ ਕਿ ਅਲਟੀਮੇਟਲੀ ਸਾਨੂੰ ਸੂਰਜ ਦੀ એનર્ਜੀ ਤੋਂ ਨਹੀਂ ਮਿਲਦੀ। ਠੀਕ ਆ, ਹੁਣ ਦੇਖੋ ਅਗਰ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਫੋਸਿਲ ਫਿਊਲ ਜੋ ਪਥਰਾਟ ਬਾਲਣ ਆ ਉਹ ਜ਼ਮੀਨ ਦੇ ਥੱਲੇ ਜਾਂਦੇ ਆ, ਲੇਕਿਨ ਜਦੋਂ ਜਿਉਂਦੇ ਹੁੰਦੇ ਆ ਉਹਨੂੰ ਤਾਂ ਸੂਰਜ ਦੀ એનર્ਜੀ ਚਾਹੀਦੀ ਆ, ਯਾਨੀ ਕਿ ਇਹ ਤਾਂ ਸੂਰਜ ਦੀ એનર્ਜੀ ਯੂਜ਼ ਕਰਦੇ ਆ। ਬਾਇਓਮਾਸ ਯਾਨੀ ਕਿ ਪਲਾਂਟ
पौधे जानवर वगैरह ये भी सूरज की एनर्जी यूज करते हैं। हुण विंड एनर्जी तुसीं कहना कि विंड एनर्जी सूरज तो नहीं यूज करती। हुण तुसीं देखो विंड यानी कि हवा या नेरी जदों भी चलती है या तेज हवा चलती है कदों चलती है जो टैंपरेचर का डिफरेंस होंदा, तापमान का फर्क पै जांदा, प्रैशर का भी फर्क पैंदा आ। तो तापमान का फर्क किहने पाउणा? सूरज की रोशनी ने पाउणा। यानी कि विंड एनर्जी भी किते ना किते सूरज की एनर्जी ते डिपेंड करती है। लेकिन जियोथर्मल एनर्जी जो जमीन के नीचे तो एनर्जी मिलती है ना, जो जमीन के नीचे तो एनर्जी मिलती है, यह सूरज की एनर्जी को यूज नहीं करती। तो सही आंसर है जी ऑप्शन नंबर ए। इन्हों तुसी इंपॉर्टेंट बन के चलो, औखा क्वेश्चन। ठीक है, अगला कहते सोलर कुकर फूड नहीं बनाऊगा कदों? सोलर कुकर कदों फूड नहीं बनाऊगा? कहते अगर जो इंटीरियर ऑफ द बॉक्स आ ते कंटेनर आ वो पूरी तरह शाइन करते होंगे, या ग्लास शीट नु बंद नहीं करांगे, या सोलर कुकर नु शेड च रखांगे। हुण देखो कि अगर तां सरफेस असी शाइनी करता तो वो तो रिफ्लैक्ट कर दूगा, वो तो आंदी हुई एनर्जी नु बाहर नु भेज दूगा। पर असी की चाहते हैं कि सोलर कुकर एनर्जी नु स्टोर करे, अपने अंदर बन के रखे। तब जो ये अंदर ओदा इंटीरियर होना चाहिए ना सोलर कुकर का, वो बहुत शाइनी नहीं होना चाहिए, क्योंकि वो तो फिर एनर्जी बाहर भेज दूगा। पर असी चाहते हैं कि एनर्जी अंदर स्टोर हो जाए, ट्रैप हो जाए। यानी कि अगर शाइनी होगा उस केस दे विच सोलर कुकर फूड नहीं कुक करूगा, यानी ये ऑप्शन ठीक है। दूसरा क्या, ग्लास शीट अगर पूरी तरह बंद ना होवे, बिल्कुल ठीक है। अगर ग्लास शीट बंद ना रही तो वो ग्रीन हाउस इफेक्ट किद्दां बनाऊगा, एनर्जी नु स्टोर किद्दां करूगा? तो ग्लास शीट भी बंद होनी चाहिए। मतलब अगर ग्लास शीट बंद ना होवे तो उस वेले भी जो भोजन सही तरह नहीं बनूगा। तीजा की है, अगर असीं सोलर कुकर नु छां च रख दईए, बिल्कुल सोलर कुकर का नाम ही तां आया कि वो सूरज की रोशनी लैंदा। अगर असीं छां च रख दांगे तो फूड थोड़ी बनेगा। तो सही ऑप्शन है जी ऑप्शन डी, यानी कि तिन्ना विचों कोई भी चीज हो जाए तो उस वेले सोलर कुकर अपना काम सही तरीके नाल नहीं करेगा। ठीक है जी, चलते हैं जी नेक्स्ट क्वेश्चन वाल। हुण सोलर कुकर दे अंदरले पासे किहड़ा रंग कीता हुंदा? वो कीता हुंदा जी ब्लैक कलर। तो सही है जी ऑप्शन नंबर बी। अगला, which of the following material is used to prepare solar cell? सोलर सेल बनाने लई की यूज हुंदा? आपां पढ़िया वा सिलिकॉन। एक चीज होर पढ़ी सी कि सिलिकॉन दा बहुत मात्रा च, लेकिन जिहड़ा स्पेशल सिलिकॉन चाहिदा वो घट आ। दूसरी गल, टांके कादे लगदे आ? सिल्वर दे। ध्यान रखो आपां कीता होया है भी। ठीक है जी, चलदे आ जी नेक्स्ट क्वेश्चन वाल। सो वीडियो को जरूर शेयर कर दियो अपने फ्रेंड्स के नाल जो भी 994 की तैयारी कर रहे हैं जी। ओशन थर्मल एनर्जी, ओशन थर्मल एनर्जी कादे करके आपां पढ़िया सी कि तापमान का डिफरेंस हुंदा आ। कितना डिफरेंस हुंदा? ठीक है जी, 2 किलोमीटर के डिस्टेंस तक 20 डिग्री सैल्सियस का या 20 कैलविन का डिफरेंस हुंदा आ। तो उन्होंने असीं यूज करके एनर्जी नू यूज कर सकते हैं। ठीक है जी, सो इहदा है जी ऑप्शन नंबर ए फ्यूजन। फ्यूजन का मतलब की हुंदा है? मिलना। तो इहनूं होर किहड़ी रिएक्शन कहंदे आ? फ्यूजन नूं कहंदे आ जी थर्मो न्यूक्लियर रिएक्शन। देखो थर्मो मीन्स हीट, थर्मो का मतलब हीट, हीट प्रोड्यूस हो रही है। न्यूक्लियर मीन्स न्यूक्लियस जुड़ रहे हैं, तो थर्मो न्यूक्लियर रिएक्शन कहंदे आ। ये चीज ध्यान रखियो, इहदा है जी ऑप्शन नंबर सी। नेक्स्ट क्वेश्चन कहंदे कि इन्हां विचों किहड़ी रिएक्शन आ या किहड़ी प्रोसेस आ जिहदे विच कोई भी पोल्यूशन नहीं हुंदी? तां याद रखियो न्यूक्लियर फ्यूजन रिएक्टर। न्यूक्लियर फ्यूजन रिएक्टर जिस कोई भी प्रदूषण नहीं होता है। ठीक है जी, नेक्स्ट क्वेश्चन साडे कोलों a solar heater, हाँ जी, a solar heater cannot be used to get hot water on। कहंदे कि अगर ਅਸੀਂ सोलर हीटर ਨੂੰ यूज ਕਰਦੇ ਹਾਂ ਗਰਮ ਪਾਣੀ ਕਰਨ ਦੇ ਲਈ, ਤਾਂ ਗਰਮ ਪਾਣੀ ਅਸੀਂ ਕਦੋਂ ਨਹੀਂ ਕਰ ਸਕਾਂਗੇ? ਜਦੋਂ ਸਨੀ ਡੇ ਹੋਊਗਾ, यानी ਜਦੋਂ सूरज होगा उदों तो गर्म कर ही लवांगे। हॉट डे उदन भी गर्म कर लांगे। विंडी डे जिदन हवा चलती हुई या जिदन बदल होए। देखो इत्थे क्या हवा चलती हुई, हुण हवा चलती आ इहदा मतलब ये थोड़ी है कि सूरज ही नहीं होगा। कई बार गर्मी में लू भी तो चलती आ, हवा भी तो चलती आता है। सूरज के होण या ना होण नाल कोई लेना देना नहीं आ। लेकिन उन्हें की किया कि सोलर हीटर दे नाल कदों असी पानी नूं गर्म नहीं कर सकते? जदों की हुण बदल होण, यानी कि क्लाउडी डे दे विच नहीं कर सकते। सो क्वेश्चन है जी अगला, जो कि अज दा लास्ट क्वेश्चन है।
which of the following is not an example of biomass energy? biomass energy ਕੀ ਆ ਜੋ ਕਿ ਜਿਉਂਦੀ ਜਾਗਦੀ ਚੀਜ਼ ਸੀ, ਕਦੀ ਉਹ ਤੋਂ ਬਣਦੀ ਹੈ, ਜਿੱਦਾਂ ਕਿ ਪਲਾਂਟਸ ਐਨੀਮਲਸ ਉਹਨਾਂ ਦੀ ਬੋਡੀ ਤੋਂ ਬਣਦੀ ਨਾ, ਉਹਨੂੰ ਅਸੀਂ ਬਾਇਓਮਾਸ એનર્ਜੀ ਕਹਿੰਦੇ ਆ। ਇਹਨਾਂ ਵਿੱਚੋਂ ਕਿਹੜੀ ਚੀਜ਼ ਆ ਜੋ ਕਿ ਇਹਨਾਂ ਤੋਂ ਨਹੀਂ ਬਣਦੀ? ਦੇਖੋ ਵੁੱਡ ਆ, ਪਲਾਂਟ ਆ, ਜਿਉਂਦੇ ਜਾਗਦੇ ਆ। ਗੋਬਰ ਗੈਸ, ਗੋਬਰ ਐਨੀਮਲ ਤੋਂ ਹੁੰਦਾ, ਜਿਉਂਦੇ ਜਾਗਦੇ ਆ। ਵੇਸਟ ਆਫ ਵੈਜੀਟੇਬਲ, ਵੈਜੀਟੇਬਲ ਵੀ ਤਾਂ ਪਲਾਂਟਸ 'ਚ ਹੀ ਆਉਂਦੇ ਆ ਜੋ ਕਿ ਕਿਤੇ ਜਿਉਂਦੇ ਜਾਗਦੇ ਹੋਗੇ, ਉਹਨਾਂ ਨੂੰ ਅਸੀਂ ਬਾਇਓਮਾਸ એનર્ਜੀ ਕਹਿੰਦੇ ਆ। लेकिन यूरेनियम ਇਹਨਾਂ ਚੋਂ ਕਿਤੋਂ ਨਹੀਂ ਮਿਲਦਾ, ਯਾਨੀ ਕਿ ਇਹ ਬਾਇਓਮਾਸ એનર્ਜੀ ਦੀ ਐਗਜ਼ਾਮਪਲ ਨਹੀਂ ਹੈ। यूरेनियम ਕਿਉਂਕਿ ਜ਼ਮੀਨ ਦੇ ਨੀਚੇ ਤੋਂ ਮਿਲਦਾ ਹੈ। ਠੀਕ ਆ, ਸੋ ਇਹਦੇ ਨਾਲ ਹੀ ਸਾਡੇ MCQs ਵੀ ਕੰਪਲੀਟ ਹੁੰਦੇ ਆ ਤੇ ਚੈਪਟਰ ਵੀ ਅਸੀਂ ਡਿਟੇਲ 'ਚ ਕਰ ਲਿਆ। ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਇੱਕ ਨਵਾਂ ਚੈਪਟਰ ਲੈ ਕੇ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।